ਅੱਜ ਅਸੀਂ ਕਰਾਂਗੇ ਫੀਚਰਸ ਆਫ ਇਨਵੈਸਟਮੈਂਟ ਮਲਟੀਪਲਾਇਰ। ਹਾਂਜੀ, ਫੀਚਰਸ ਕੀ ਹੁੰਦੇ ਆ, ਮੀਨਸ ਕਿ ਨੇਚਰ ਕਿਸ ਤਰ੍ਹਾਂ ਦਾ ਹੁੰਦਾ ਇਨਵੈਸਟਮੈਂਟ ਮਲਟੀਪਲਾਇਰ ਦਾ। ਕਿ ਐਕਸਪਲੇਨਸ ਦਾ ਮੈਗਨੀਟਿਊਡ ਆਫ ਚੇਂਜ ਇਨ ਇਨਕਮ ਡਿਊ ਟੂ ਅ ਗਿਵਨ ਚੇਂਜ ਇਨ ਇਨਵੈਸਟਮੈਂਟ। ਹਾਂਜੀ ਬੇਟਾ, ਇਹਦਾ ਮਤਲਬ ਹੁੰਦਾ ਪ੍ਰਣਾਮ, ਮਤਲਬ ਕਿ ਇਨਕਮ ਦੇ ਚੇਂਜ, ਇਨਵੈਸਟਮੈਂਟ ਚੇਂਜ ਹੋਣ ਨਾਲ ਜੋ ਸਾਡੀ ਇਨਕਮ ਚੇਂਜ ਹੁੰਦੀ ਆ ਉਹਦੇ ਬਾਰੇ ਇਹ ਸਾਨੂੰ ਐਕਸਪਲੇਨੇਸ਼ਨ ਦਿੰਦਾ ਵਾ। ਇਫ ਇਨਵੈਸਟਮੈਂਟ ਇਨਕਰੀਜ਼ਸ ਇਨਕਮ ਇਨਕਰੀਜ਼ਸ ਮੈਨੀਫੋਲਡ, ਮੀਨਸ ਕਿ ਜੇ ਸਾਡੀ ਨਿਵੇਸ਼ ਵੱਧਦਾ ਵਾ ਤਾਂ ਇਹਦੇ ਨਾਲ ਸਾਡੀ ਇਨਕਮ ਕਈ ਗੁਣਾ ਵੱਧਦੀ ਆ। ਔਨ ਦ ਕੰਟਰੇਰੀ ਇਫ ਇਨਵੈਸਟਮੈਂਟ ਡਿਕਰੀਜ਼ ਇਨਕਮ ਡਿਕਰੀਜ਼ ਮੈਨੀਫੋਲਡ, ਜੇ ਸਾਡੀ ਕੀ ਆ ਜਿਹੜਾ ਨਿਵੇਸ਼ ਘਟਦਾ ਵਾ ਤਾਂ ਸਾਡੀ ਆਮਦਨ ਵੀ ਕਈ ਗੁਣਾ ਘਟ ਜਾਂਦੀ ਆ। ਨੈਕਸਟ ਬੇਟਾ ਸਾਡਾ ਹੈਗਾ ਕੇ ਹੈਜ਼ ਆ ਡਾਇਰੈਕਟ ਰਿਲੇਸ਼ਨਸ਼ਿਪ ਵਿਦ MPC, ਦ ਹਾਇਰ MPC ਦ ਲਾਰਜਰ ਇਜ਼ ਦ ਵੈਲਿਊ ਆਫ ਕੇ। ਠੀਕ ਆ, ਸਾਡਾ ਜਿਹੜਾ ਇਨਵੈਸਟਮੈਂਟ ਮਲਟੀਪਲਾਇਰ ਹੈ ਬੇਟਾ ਉਹਦਾ ਕੰਜੰਪਸ਼ਨ ਨਾਲ, ਮੀਨਸ ਕਿ ਇਨਕਮ ਚੇਂਜ ਹੋਣ ਨਾਲ ਜੋ ਸਾਡੀ ਕੰਜੰਪਸ਼ਨ ਚੇਂਜ ਹੁੰਦੀ ਆ ਉਹਨੂੰ ਅਸੀਂ MPC ਕਹਿੰਦੇ ਆ। ਤੇ MPC ਨਾਲ ਜਿਹੜਾ ਕੇ ਦਾ ਡਾਇਰੈਕਟ ਰਿਲੇਸ਼ਨਸ਼ਿਪ ਆ ਵੀ ਜੇ ਸਾਡੀ MPC ਕੰਜੰਪਸ਼ਨ ਮੀਨਸ ਸਾਡੀ ਜ਼ਿਆਦਾ ਹੋਊਗੀ ਤਾਂ ਇਨਵੈਸਟਮੈਂਟ ਮਲਟੀਪਲਾਇਰ ਦੀ ਵੈਲਿਊ ਵੀ ਲਾਰਜਰ ਹੋਊਗੀ। ਕਨਵਰਸਲੀ ਦਾ ਲੋਅਰ ਦਾ MPC ਦਾ ਸਮੋਲਰ ਇਜ਼ ਦਾ ਵੈਲਿਊ ਆਫ ਕੇ, ਜੇ ਸਾਡੀ MPC ਘੱਟ ਹੋਊਗੀ ਤਾਂ ਜਿਹੜੀ ਵੈਲਿਊ ਆਫ ਕੇ ਆ ਉਹ ਵੀ ਕੀ ਆ, ਸਮੋਲਰ ਰਹਿ ਜੂਗੀ। ਨੈਕਸਟ ਬੇਟਾ ਸਾਡਾ ਆ ਗਿਆ ਕੇ ਹੈਜ਼ ਆ ਨੈਗੇਟਿਵ ਰਿਲੇਸ਼ਨ ਵਿਦ MPS। ਹਾਂਜੀ, ਮਲਟੀਪਲਾਇਰ ਦਾ ਜਿਹੜਾ MPS ਮੀਨਸ ਕਿ ਮਾਰਜਨਲ ਪ੍ਰੋਸਪੈਰਿਟੀ ਟੂ ਸੇਵਿੰਗ ਆ ਜਿਹੜਾ ਉਹਦੇ ਨਾਲ ਕੀ ਆ, ਨੈਗੇਟਿਵ ਰਿਲੇਸ਼ਨ ਆ। ਦਾ ਲੋਅਰ ਆਫ ਦਾ MPC ਮੀਨਸ ਕਿ ਜੇ ਸਾਡੀ ਸੇਵਿੰਗ ਘੱਟ ਆ ਤਾਂ ਜਿਹੜੀ ਵੈਲਿਊ ਆਫ ਹੁੰਦੀ ਆ ਕੇ ਦੀ ਉਹ ਕੀ ਆ, ਲਾਰਜਰ ਹੋਊਗੀ। ਉਹਦੇ ਉਲਟ ਕੀ ਹੋਊਗਾ, ਜੇ ਸਾਡੀ ਸੇਵਿੰਗ ਜ਼ਿਆਦਾ ਵਾ ਤਾਂ ਜਿਹੜੀ ਸਮੋਲਰ ਵੈਲਿਊ ਹੋਊਗੀ ਕੇ ਦੀ, ਇਨਵੈਸਟਮੈਂਟ ਮਲਟੀਪਲਾਇਰ ਦੀ। ਨੈਕਸਟ ਬੇਟਾ ਸਾਡਾ ਆ ਗਿਆ ਸੇਵਿੰਗ ਇਜ਼ ਅ ਲੀਕੇਜ ਆਫ ਕੇ, ਮੀਨਸ ਕਿ ਜੇ ਸਾਡੇ ਇਕੋਨਮੀ ਵਿੱਚ ਸੇਵਿੰਗ ਹੋ ਰਹੀ ਹੈ ਇਟ ਮੀਨਸ ਕਿ ਸਾਡਾ ਇਨਵੈਸਟਮੈਂਟ ਮਲਟੀਪਲਾਇਰ ਆ ਜਿਹੜੀ ਉਹਦੀ ਵੈਲਿਊ ਘਟ ਰਹੀ ਆ, ਲੀਕੇਜ ਹੋ ਰਹੀ ਹੈ ਉਹਦੀ। ਇਟ ਮੀਨਸ ਸੇਵਿੰਗ ਵੀਕਨਸ ਦਾ ਪ੍ਰੋਸੈਸ ਆਫ ਇਨਕਮ ਜਨਰੇਸ਼ਨ ਥਰੂ ਦਾ ਵਰਕਿੰਗ ਆਫ ਕੇ। ਜੇਕਰ ਸੇਵਿੰਗ ਹੋ ਰਹੀ ਹੈ ਤਾਂ ਇਹ ਸਾਡੀ ਜਿਹੜੀ ਇਨਕਮ ਜਨਰੇਸ਼ਨ, ਆਮਦਨ ਜਿਹੜੀ ਜਨਰੇਟ ਹੋ ਰਹੀ ਹੈ ਉਹਨੂੰ ਘਟਾ ਰਹੀ ਆ। ਠੀਕ ਆ। ਨੈਕਸਟ ਕੇ ਇਜ਼ ਦਾ ਟੂ ਐਜ ਸਵॉर्ड ਵੈਨ ਇਨਵੈਸਟਮੈਂਟ ਇਨਕਰੀਜ਼ ਇਟਸ ਫॉरवर्ड ਵਰਕਿੰਗ ਰਿਜ਼ਲਟਸ ਇਨ ਮੈਨੀਫੋਲਡ ਇਨਕਰੀਜ਼ ਇਨ ਇਨਕਮ। ਹਾਂਜੀ, ਜਿਹੜਾ ਸਾਡਾ ਇਨਵੈਸਟਮੈਂਟ ਮਲਟੀਪਲਾਇਰ ਹੈ ਬੇਟਾ ਉਹ ਦੋ ਧਾਰੀ ਤਲਵਾਰ ਆ। ਜੇ ਸਾਡੀ ਇਨਵੈਸਟਮੈਂਟ ਵੱਧਦੀ ਆ ਤਾਂ ਇਹ ਕੀ ਆ, ਫॉरवर्ड ਵਰਕਿੰਗ ਕਰੂਗਾ। ਜੇ ਸਾਡੀ ਇਨਵੈਸਟਮੈਂਟ ਘਟ ਰਹੀ ਆ ਤਾਂ ਇਹ ਬੈਕਵਰਡ ਵਰਕਿੰਗ ਕਰੂਗਾ। ਠੀਕ ਆ। ਕੇ ਇਜ਼ ਮੋਰ ਇਫੈਕਟਿਵ ਇਫ ਇਨਵੈਸਟਮੈਂਟ ਇਨਕਰੀਜ਼ ਰੈਗੂਲਰਲੀ। ਜਿਹੜਾ ਸਾਡਾ ਇਨਵੈਸਟਮੈਂਟ ਮਲਟੀਪਲਾਇਰ ਆ ਉਹ ਤਾਂ ਹੀ ਇਫੈਕਟਿਵ ਹੋਊਗਾ ਜੇ ਸਾਡੀ ਇਨਵੈਸਟਮੈਂਟ ਲਗਾਤਾਰ ਵੱਧ ਰਹੀ ਆ, ਮਤਲਬ ਕਿ ਸਾਡੀ ਸਰਕਾਰ ਲਗਾਤਾਰ ਨਿਵੇਸ਼ ਕਰ ਰਹੀ ਆ ਤਾਂ ਸਾਡੀ ਜਿਹੜੀ ਇਨਵੈਸਟਮੈਂਟ ਮਲਟੀਪਲਾਇਰ ਇਨਕਰੀਜ਼ ਹੋਊਗਾ। ਇਫ ਇਨਵੈਸਟਮੈਂਟ ਇਜ਼ ਨਾਟ ਇਨਕਰੀਜ਼ ਰੈਗੂਲਰਲੀ, ਜੇ ਸਾਡਾ ਜਿਹੜਾ ਇਨਵੈਸਟਮੈਂਟ ਆ ਲਗਾਤਾਰ ਨਹੀਂ ਵੱਧ ਰਹੀ, ਨਹੀਂ ਹੋ ਰਹੀ ਤਾਂ ਇਟ ਮੀਨਸ ਕਿ ਜਿਹੜੇ ਸਾਡੀ ਮਲਟੀਪਲਾਇਰ ਦਾ ਜਿਹੜਾ ਇਫੈਕਟ ਆ ਉਹ ਕੀ ਹੋ ਜਾਊਗਾ ਬੇਟਾ, ਵਿਲ ਬੀ ਸਮॉल, ਮੀਨਸ ਕਿ ਘਟ ਜਾਊਗਾ। ਹਾਂਜੀ, ਨੈਕਸਟ ਦੇ ਵਿੱਚ ਸਾਡੇ ਦੋ ਪੁਆਇੰਟ ਰਹਿ ਗਏ, ਅਸੀਂ ਉਹਨਾਂ ਨੂੰ ਡਿਸਕਸ ਕਰਾਂਗੇ। ਦ ਵਰਕਿੰਗ ਆਫ ਕੇ ਜਨਰੇਟਸ ਅਨਲਿਮਿਟਿਡ ਅਪਰਚੁਨਿਟੀ ਫॉर ਇਕਨੋਮਿਕ ਡਿਵੈਲਪਮੈਂਟ ਇਨ ਦ ਇਕੋਨਮੀ। ਹਾਂਜੀ, ਜਦੋਂ ਸਾਡਾ ਇਨਵੈਸਟਮੈਂਟ ਮਲਟੀਪਲਾਇਰ ਕੰਮ ਕਰਦਾ ਵਾ ਇਹਦੇ ਨਾਲ ਕੀ ਆ, ਬਹੁਤ ਸਾਰੀਆਂ ਜਿਹੜੀਆਂ ਇਕਨੋਮਿਕ ਡਿਵੈਲਪਮੈਂਟ ਹੋਣ ਦੀਆਂ ਜਿਹੜੀਆਂ ਓਪਰਚੁਨਿਟੀਜ਼ ਆ, ਮੌਕੇ ਆ ਜਿਹੜੇ ਵੱਧਦੇ ਆ ਬੇਟਾ। ਤਾਂ ਇਨਕਰੀਜ਼ ਇਨ ਇਨਵੈਸਟਮੈਂਟ ਕਿਵੇਂ ਹੁੰਦਾ ਵਾ, ਜੇ ਅਸੀਂ ਨਿਵੇਸ਼ ਵਿੱਚ ਵਾਧਾ ਕਰਦੇ ਹਾਂ ਆਮਦਨ ਵਧੂਗੀ। ਆਮਦਨ ਇਨਕਰੀਜ਼ ਹੋਣ ਨਾਲ ਸਾਡੇ ਕੰਜੰਪਸ਼ਨ ਮੀਨਸ ਕਿ ਅਸੀਂ ਖਰਚ ਜ਼ਿਆਦਾ ਕਰਾਂਗੇ, ਜਿਹਦੇ ਨਾਲ ਜਿਹੜੀ ਸਾਡੀ ਆ ਫਾਸਟਰ ਰੇਟ ਆਫ ਇਕਨੋਮਿਕ ਡਿਵੈਲਪਮੈਂਟ ਇਨ ਦ ਕੰਟਰੀ ਜਿਹੜੀ ਹੋਊਗੀ। ਲਾਈਕ ਕੇ ਦੇਅਰ ਆਰ ਮੈਨੀ ਅਦਰ ਕੰਸੈਪਟਸ ਆਫ ਮਲਟੀਪਲਾਇਰ ਇਨ ਮੈਕਰੋ ਇਕਨੋਮਿਕਸ। ਇਨਵੈਸਟਮੈਂਟ ਮਲਟੀਪਲਾਇਰ ਦੇ ਨਾਲ ਬਹੁਤ ਸਾਰੇ ਕੰਸੈਪਟ ਆ ਜਿਹੜੇ ਮੈਕਰੋ ਇਕਨੋਮਿਕਸ ਵਿੱਚ ਹੁੰਦੇ ਆ ਬੇਟਾ। ਕਿਹੜੇ ਆ? ਦੀਜ਼ ਆਰ ਇੰਪਲੋਇਮੈਂਟ ਮਲਟੀਪਲਾਇਰ, foreign trade multiplier, balanced versus multiplier. All these concepts explains the multiplier effects of specific activities on specific macroeconomic variables in the economy. ਹਾਂਜੀ, ਜਿੰਨੇ ਵੀ ਇਹ ਸਾਰੇ ਮਲਟੀਪਲਾਇਰ ਹੈ ਬੇਟਾ ਇਹ ਕੀ ਸ਼ੋ ਕਰਦੇ ਆ ਕਿ ਕਿਸੇ ਚੀਜ਼ ਦੀ ਚੇਂਜ ਹੋਣ ਨਾਲ ਦੂਸਰੀਆਂ ਚੀਜ਼ਾਂ ਵਿੱਚ, ਦੂਸਰੇ ਇਕਨੋਮਿਕ ਵੇਰੀਏਬਲ ਵਿੱਚ ਕਿਸ ਤਰ੍ਹਾਂ ਚੇਂਜ ਹੁੰਦੀ ਆ। ਨੈਕਸਟ ਬੇਟਾ ਤੁਹਾਡੇ ਜਿਹੜੇ ਪ੍ਰੈਕਟੀਕਲ ਸਮ ਆ ਇਹ ਦੇਖਾਂਗੇ ਅਸੀਂ। ਮੰਨ ਲਓ ਸਾਡੀ ਕੀ ਜਿਹੜੀ MPC ਆ ਉਹ 1 ਆ, ਮੀਨਸ ਕਿ ਅਸੀਂ ਜਿੰਨੀ ਇਨਕਮ ਕਮਾ ਰਹੇ ਆ ਉਨਾ ਹੀ ਅਸੀਂ ਕੰਜੰਪਸ਼ਨ ਕਰ ਰਹੇ ਆ, ਤਾਂ ਬੇਟਾ ਕੀ ਹੋਊਗਾ, ਜਿਹੜਾ ਸਾਡਾ ਇਨਵੈਸਟਮੈਂਟ ਮਲਟੀਪਲਾਇਰ ਹੋਊਗਾ ਉਹ ਕੀ ਹੋ ਜਾਊਗਾ, ਇਨਫਿਨਿਟੀ ਹੋ ਜਾਊਗਾ। ਮੀਨਸ ਕਿ ਅਣਗਿਣਤ ਜਿਹੜੀ ਸਾਡੀ ਇਨਵੈਸਟਮੈਂਟ 'ਚ ਵਾਧਾ ਹੋਊਗਾ। ਠੀਕ ਆ। ਨੈਕਸਟ ਸਾਡੀ ਜੇ ਅਸੀਂ MPC ਸਾਡੀ 0.25 ਆ, ਮੀਨਸ ਕਿ ਅਸੀਂ ਆਮਦਨ ਜੇ ਸਾਡੀ 100 ਰੁਪਏ ਆ ਤਾਂ ਉਹਦੇ ਵਿੱਚੋਂ 25 ਰੁਪਏ ਜੇ ਅਸੀਂ ਖਰਚ ਰਹੇ ਆ ਤਾਂ ਜਿਹੜਾ ਸਾਡਾ ਇਨਵੈਸਟਮੈਂਟ ਮਲਟੀਪਲਾਇਰ ਹੋਊਗਾ ਬੇਟਾ ਉਹ ਕਿੰਨਾ ਹੋ ਜਾਊਗਾ, 1.33।
ਨੈਕਸਟ ਜੇ ਅਸੀਂ ਆਪਣੀ MPC ਸਾਡੀ ਕਿੰਨੀ ਆ, ਜੇ ਸਾਡੀ ਇਨਵੈਸਟਮੈਂਟ ਮਲਟੀਪਲਾਇਰ ਆ ਜਿਹੜਾ ਉਹ ਕੀ ਆ 95% ਆ, ਠੀਕ ਆ, ਤਾਂ ਸਾਡਾ ਕੀ ਹੋ ਜਾਊਗਾ ਬੇਟਾ 20% ਆ ਜਿਹੜੀ ਸਾਡੀ मतलब कि दुगनी है जी साड़ी इन्वेस्टमेंट आ जी वो इनक्रीज़ हो जूगी। आई होप बेटा जो तुहानूं क्वेश्चन समझ लग गए होंगे। नैक्सट भी असीं देख लैंदे आ भी साडी के इक्वल आ डेल्टा बाई अपॉन डेल्टा बाई माइनस डेल्टा सी। तो असीं इहनूं किस तरह होर तरीके नाल लिख सकदे हां, तो असीं इहनूं डेल्टा बाई अपॉन डेल्टा बाई मीनस के इहनूं सारी जिहड़ी इक्वेशन साडी फर्स्ट इक्वेशन आ इहनूं डेल्टा बाई नाल डिवाइड कर देंगे तो साडी आ इक्वेशन बन जूगी। ਹੁਣ जी देखो बाई नूं बाई नाल कट देंगे तो साडा 1 आ जाऊगा, इसी तरह इधर भी 1 आ जाऊगा। हुण डेल्टा बाई अपॉन डेल्टा सी मीनस कि साडी इनकम चेंज होने नाल साडी कंजम्पशन कितनी चेंज हुई है, तो इहनूं असीं MPC कहने आ, तां करके इत्थे MPC लिखता। आई होप बेटा जो तुहानूं ये समझ लग गया होगा क्वेश्चन। जे फिर भी तुहानूं कोई प्रॉब्लम होती है प्लीज़ कॉन्टैक्ट मी।